सत श्री अकाल प्यारे बच्चों, मैं बलजिंदर कौर फ्रॉम गवर्नमेंट सीनियर सैकेंडरी स्कूल टिब्बी श्री फतेहगढ़ साहिब। बच्चे अज असी यूनिट 1 के बारे गल करांगे जिसका नाम है जनरल कॉन्सैप्चुअल सर्वे। इस बारे असी अज ब्रीफ दे विच डिस्कस करांगे। फर्स्ट ऑफ ऑल असी गल करते हैं टूरिज्म रिसोर्सिस। टूरिज्म रिसोर्सिस की होंदे ने? Tourism resources could be defined as those factors that make it possible to produce a tourism experience. Tourism resources ਉਹ ਨੇ ਜਿਹਦੇ ਕਰਕੇ ਟੂਰਿਜ਼ਮ ਆ ਜਿਹੜਾ ਉਹ ਪੋਸੀਬਲ ਆ। ਟੂਰਿਜ਼ਮ ਰਿਸੋਰਸਿਸ ਉਹ ਹੁੰਦੇ ਨੇ ਜਿਵੇਂ ਕਿ ਕੋਈ ਵੀ ਅਟਰੈਕਸ਼ਨਸ ਹੋ ਗਈਆਂ, ਚਾਹੇ ਉਹ ਨੈਚੁਰਲ ਹੁੰਦੀਆਂ ਨੇ ਚਾਹੇ ਉਹ ਮੈਨ ਮੇਡ ਹੁੰਦੀਆਂ ਨੇ, ਜਿਨ੍ਹਾਂ ਕਰਕੇ ਇੱਕ ਜਿਹੜਾ ਟੂਰਿਸਟ ਆ ਉਹ ਕਿਸੇ ਜਗ੍ਹਾ 'ਤੇ ਵਿਜ਼ਿਟ ਕਰਦਾ, ਉਹ ਹੁੰਦੇ ਨੇ ਟੂਰਿਜ਼ਮ ਰਿਸੋਰਸਿਸ। ਜਿਹੜੇ ਟੂਰਿਜ਼ਮ ਰਿਸੋਰਸਿਸ ਹੁੰਦੇ ਨੇ ਉਹ ਟੈਂਜੀਬਲ ਹੁੰਦੇ ਨੇ, ਇਨਟੈਂਜੀਬਲ ਹੁੰਦੇ ਨੇ ਐਂਡ ਹਿਊਮਨ ਰਿਸੋਰਸ ਅਤੇ ਫਾਈਨੈਂਸ਼ੀਅਲ ਰਿਸੋਰਸਿਸ ਹੁੰਦੇ ਨੇ। ਜਿਹੜੇ ਟੈਂਜੀਬਲ ਰਿਸੋਰਸਿਸ ਨੇ ਉਹਨਾਂ ਵਿੱਚ ਟੈਂਜੀਬਲ ਰਿਸੋਰਸਿਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਵੇਂ ਕਿ ਜੋ ਵੀ ਫੈਸਿਲਿਟੀਜ਼ ਨੇ ਉਹ ਅਟਰੈਕਸ਼ਨਸ, ਇਨਫਰਾਸਟਰਕਚਰ ਐਕਸੈਕਟਰਾ। ਫੈਸਿਲਿਟੀਜ਼ ਜਿਵੇਂ ਕਿ ਵਾਟਰ ਫੈਸਿਲਿਟੀ ਹੋ ਗਈ, ਮੈਡੀਕਲ ਫੈਸਿਲਿਟੀ ਹੋ ਗਈ, ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ। ਅਟਰੈਕਸ਼ਨਸ ਜਿਵੇਂ ਕਿ ਤਾਜ ਮਹਿਲ, ਉਹਨੂੰ ਵੀ ਅਸੀਂ ਟੱਚ ਕਰਕੇ ਦੇਖ ਸਕਦੇ ਹਾਂ, ਹੈ ਨਾ। ਇਨਫਰਾਸਟਰਕਚਰ ਜੋ ਵੀ ਉੱਥੇ ਇਨਫਰਾਸਟਰਕਚਰ ਹੈਗਾ ਉਹਨੂੰ ਵੀ ਅਸੀਂ ਟੱਚ ਕਰਕੇ ਦੇਖ ਸਕਦੇ ਹਾਂ, ਉਹ ਹੁੰਦੇ ਨੇ ਟੈਂਜੀਬਲ ਰਿਸੋਰਸਿਸ। ਇਨਟੈਂਜੀਬਲ ਰਿਸੋਰਸਿਸ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਦੇਖ ਸਕਦੇ ਹਾਂ ਐਂਡ ਐਜ਼ ਅ ਮੈਮਰੀਜ਼ ਉਹਨਾਂ ਨੂੰ ਅਸੀਂ ਕੈਪਚਰ ਕਰ ਸਕਦੇ ਹਾਂ ਆਪਣੇ ਮਾਈਂਡ ਦੇ ਵਿੱਚ, ਬਟ ਜਿਹਨੂੰ ਅਸੀਂ ਟੱਚ ਨਹੀਂ ਕਰ ਸਕਦੇ, ਸਿਰਫ ਅਸੀਂ ਐਕਸਪੀਰੀਅੰਸ 'ਤੇ ਫੀਲ ਕਰ ਸਕਦੇ ਹਾਂ, ਉਹ ਹੁੰਦੇ ਨੇ ਇੰਟੈਂਜੀਬਲ ਰਿਸੋਰਸਿਸ। ਹਿਊਮਨ ਰਿਸੋਰਸਿਸ ਹੁੰਦੇ ਨੇ ਜਿਵੇਂ ਕਿ ਸਕਿੱਲਸ ਹੋ ਗਏ, ਮੋਟੀਵੇਸ਼ਨਸ, ਸਰਵਿਸ ਲੈਵਲ ਐਕਸੈਕਟਰਾ। ਹਿਊਮਨ ਰਿਸੋਰਸ ਉਹ ਹੁੰਦੇ ਨੇ ਜਿਹੜੇ ਕਿ ਉੱਥੇ ਜਿਹੜੇ ਲੋਕ ਨੇ ਇਸ ਇੰਡਸਟਰੀ ਦੇ ਵਿੱਚ, ਟੂਰਿਜ਼ਮ ਦੇ ਵਿੱਚ ਜਿਹੜੇ ਕੰਮ ਕਰਦੇ ਨੇ। ਫਾਈਨੈਂਸ਼ੀਅਲ ਰਿਸੋਰਸਿਸ ਜੋ ਵੀ ਪੈਸਾ ਆਉਂਦਾ ਜਾਂ ਫਿਰ ਗਵਰਨਮੈਂਟ ਸਪੈਂਡ ਕਰਦੀ ਆ, ਉਹ ਹੁੰਦੇ ਨੇ ਫਾਈਨੈਂਸ਼ੀਅਲ ਰਿਸੋਰਸਿਸ। ਹੁਣ ਟੈਂਜੀਬਲ ਰਿਸੋਰਸਿਸ ਬਾਰੇ ਅਸੀਂ ਬਰੀਫ ਦੇ ਵਿੱਚ ਪੜ੍ਹਦੇ ਹਾਂ। ਦ ਕੀ ਅਟਰੈਕਸ਼ਨ ਇਨ ਅ ਡੈਸਟੀਨੇਸ਼ਨ। ਕੋਈ ਵੀ ਜਿਹੜਾ ਡੈਸਟੀਨੇਸ਼ਨ ਆ ਉੱਥੇ ਅਟਰੈਕਸ਼ਨਸ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸੇ ਕਰਕੇ ਜਿਹੜਾ ਟੂਰਿਜ਼ਮ ਆ ਉਹ ਪੋਸੀਬਲ ਆ। ਦਿਸ ਇਨਕਲੂਡਸ ਟੂਰਿਸਟ ਅਟਰੈਕਸ਼ਨਸ। ਇਹਦੇ ਵਿੱਚ ਕੀ ਆਉਂਦੇ ਨੇ? ਟੂਰਿਸਟ ਅਟਰੈਕਸ਼ਨ, ਹਿਸਟੋਰਿਕ ਸਾਈਟਸ, ਉਹ ਕੋਈ ਹਿਸਟੋਰਿਕ ਸਾਈਟਸ ਵੀ ਹੋ ਸਕਦੀਆਂ ਨੇ, ਬੀਚਿਸ ਵੀ ਹੋ ਸਕਦੀਆਂ ਨੇ, ਨੈਸ਼ਨਲ ਪਾਰਕਸ ਵੀ ਹੋ ਸਕਦੇ ਨੇ, ਕੋਈ ਈਵੈਂਟ ਹੋ ਸਕਦਾ, ਕਲਚਰਲ ਫੈਸਿਲਿਟੀਜ਼ ਹੋ ਸਕਦੀਆਂ ਨੇ, ਸਪੋਰਟਿੰਗ ਐਕਟੀਵਿਟੀਜ਼ ਜਿਵੇਂ ਕਿ ਕ੍ਰਿਕਟ ਦੇ ਲਈ ਲੋਕ ਜਾਂਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਥੀਸ ਅਟਰੈਕਸ਼ਨਸ ਵਿਲ ਬੀ ਇੰਪੋਰਟੈਂਟ ਇਨੀਸ਼ੀਅਲੀ ਇਨ ਮੋਟੀਵੇਟਿੰਗ ਅ ਵਿਜ਼ਿਟਰ ਟੂ ਟਰੈਵਲ ਟੂ ਦ ਡੈਸਟੀਨੇਸ਼ਨ। ਸੋ ਇੱਕ ਵਿਜ਼ਿਟਰ ਦੇ ਲਈ ਉਹਨੂੰ ਮੋਟੀਵੇਟ ਕਰਨ ਦੇ ਲਈ ਇਹ ਸਭ ਤੋਂ ਜਿਹੜੀ ਮੁੱਢਲੀ ਚੀਜ਼ ਆ ਕਿ ਉੱਥੇ ਅਟਰੈਕਸ਼ਨਸ ਨੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ। ਅਕਮੋਡੇਸ਼ਨ ਸਟਾਕ ਇਨ ਦ ਡੈਸਟੀਨੇਸ਼ਨ। ਹੁਣ ਜਿਹੜੇ ਉੱਥੇ ਡੈਸਟੀਨੇਸ਼ਨ ਤਾਂ ਹੈਗੇ, ਅਟਰੈਕਸ਼ਨ ਤਾਂ ਹੈਗੀ ਆ, ਬਟ ਉੱਥੇ ਅਕਮੋਡੇਸ਼ਨ ਦੇ ਲਈ, ਰਹਿਣ ਦੇ ਲਈ ਵੀ ਸੁਵਿਧਾਵਾਂ ਨੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ। ਜੇਕਰ ਹੁਣ ਕੋਈ ਪਰਸਨ ਫੋਰ ਐਗਜ਼ਾਮਪਲ ਤਾਜ ਮਹਿਲ ਦੇਖਣ ਦੇ ਲਈ ਜਾਂਦਾ, ਉੱਥੇ ਅਟਰੈਕਸ਼ਨ ਤਾਂ ਹੈਗੀ ਆ, ਤਾਜ ਮਹਿਲ ਤਾਂ ਉੱਥੇ ਹੈਗਾ, ਬਟ ਉੱਥੇ ਰਹਿਣ ਦੇ ਲਈ ਜਗ੍ਹਾ ਨਹੀਂ ਹੈਗੀ, ਤਾਂ ਫਿਰ ਉਹ ਜਿਹੜਾ ਆਪਣਾ ਅਟਰੈਕਸ਼ਨ ਆ ਉਹ ਵੀ ਵੇਸਟ ਆ। ਕਿਉਂਕਿ ਕੋਈ ਵੀ ਜਿਹੜਾ ਵਿਜ਼ਿਟਰ ਆ ਜਿਹੜੇ ਤਾਂ ਨੇੜਿਓਂ ਨੇ ਉਹ ਤਾਂ ਸੇਮ ਡੇ ਜਾ ਕੇ ਵਿਜ਼ਿਟ ਕਰਕੇ ਵਾਪਿਸ ਆ ਸਕਦੇ ਨੇ, ਬਟ ਜਿਹੜੇ 200-300 ਕਿਲੋਮੀਟਰਸ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਦੂਰ ਤੋਂ ਆਉਂਦੇ ਨੇ, ਸੋ ਉਹਨਾਂ ਲਈ ਇਹ ਡਿਫੀਕਲਟ ਆ ਕਿ ਉਹ ਸੇਮ ਡੇ ਵਾਪਿਸ ਆਉਣ। ਇਸ ਕਰਕੇ ਉਹਨਾਂ ਨੂੰ ਉੱਥੇ ਰਹਿਣ ਦੇ ਲਈ ਵੀ ਕੋਈ ਜਗ੍ਹਾ ਹੋਣੀ ਚਾਹੀਦੀ ਹੈ, ਇਸ ਕਰਕੇ ਅਕਮੋਡੇਸ਼ਨ ਆ ਜਿਹੜੀ ਉਹ ਵੀ ਜ਼ਰੂਰੀ ਹੋਣੀ ਚਾਹੀਦੀ ਆ। ਨੈਕਸਟ ਹੈ ਟਰਾਂਸਪੋਰਟ, ਮੇਨ ਰੋਡਸ, ਰੇਲ, ਸੀ ਐਂਡ ਏਅਰਲਿੰਕਸ। ਦੇਖੋ ਅਟਰੈਕਸ਼ਨ ਵੀ ਹੈਗੀ, ਤਾਜ ਮਹਿਲ ਹੈਗਾ, ਠੀਕ ਹੈ, ਅਤੇ ਉੱਥੇ ਰਹਿਣ ਦੇ ਲਈ ਅਕਮੋਡੇਸ਼ਨ ਵੀ ਹੈਗੀ ਆ, ਹੋਟੇਲਸ ਵੀ ਹੈਗੇ ਨੇ, ਅਤੇ ਉੱਥੇ ਟਰਾਂਸਪੋਰਟ ਵੀ ਹੋਣਾ ਚਾਹੀਦਾ। ਜੇਕਰ ਹੁਣ ਕੋਈ ਅਟਰੈਕਸ਼ਨ ਤਾਂ ਹੈਗੀ ਆ ਬਟ ਉੱਥੇ ਪਹੁੰਚਣ ਤੱਕ ਕੋਈ ਟਰਾਂਸਪੋਰਟ ਹੀ ਨਹੀਂ ਹੈਗਾ, ਤਾਂ ਫਿਰ ਇਹ ਪੋਸੀਬਲ ਨਹੀਂ ਹੈਗਾ ਕਿ ਉੱਥੇ ਟੂਰਿਜ਼ਮ ਆ ਜਿਹੜਾ ਉਹ ਹੋ ਸਕਦਾ। ਬਿਕਾਜ਼ ਜੇ ਅਟਰੈਕਸ਼ਨ ਹੈਗੀ ਬਟ ਪਹੁੰਚਣ ਦੇ ਲਈ ਉੱਥੇ ਕੋਈ ਫੇਵਰੇਬਲ ਸਾਡੇ ਕੋਲ ਮੀਨਸ ਆਫ ਟਰਾਂਸਪੋਰਟ ਨਹੀਂ ਹੈਗਾ, ਦੈਨ ਇਟ ਇਜ਼ ਇੰਪੋਸੀਬਲ ਟੂ ਰੀਚ ਦੈਟ ਪਰਟੀਕੂਲਰ ਪਲੇਸ। ਈਵਨ ਇਫ ਦ ਡੈਸਟੀਨੇਸ਼ਨ ਹੈਜ਼ ਕੁਆਲਿਟੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਚਾਹੇ ਉੱਥੇ ਅਟਰੈਕਸ਼ਨ ਹੈਗੀ ਆ, ਅਕਮੋਡੇਸ਼ਨ ਹੈਗੀ ਆ, ਬਟ ਵਿਜ਼ਿਟਰ ਵਿਲ ਬੀ ਡੈਟਰਡ ਫਰੋਮ ਵਿਜ਼ਿਟਿੰਗ ਇਫ ਉਹ ਰੁਕਣਗੇ, ਵਿਜ਼ਿਟਰਸ ਨੇ ਜਿਹੜੇ ਉਹ ਨਹੀਂ ਜਾਣਗੇ ਉਹ ਪਲੇਸ ਨੂੰ ਵਿਜ਼ਿਟ ਕਰਨ ਦੇ ਲਈ, ਜੇਕਰ ਉੱਥੇ ਗੁੱਡ ਟਰਾਂਸਪੋਰਟ ਨਹੀਂ ਹੋਊਗਾ। ਅਦਰ ਰਿਸੋਰਸਿਸ
ਜਿਵੇਂ ਕਿ ਕਾਨਫਰੰਸ ਫੈਸਿਲਿਟੀਜ਼ ਵਿਚ ਵਿਲ ਬੀ ਇੰਪੋਰਟੈਂਟ ਇਨ ਅਟਰੈਕਟਿੰਗ ਬਿਜ਼ਨਸ ਵਿਜ਼ਿਟਰਸ। ਹੁਣ ਜਿਹੜੇ ਲੋਕ ਬਿਜ਼ਨਸ ਪਰਪਸ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੇ ਨੇ, ਉਹਨਾਂ ਦਾ ਮੇਨ ਪਰਪਸ ਕੀ ਆ, ਉਹ ਆਪਣੇ ਬਿਜ਼ਨਸ ਦੇ ਲਈ ਜਾਂਦੇ ਨੇ। ਬਿਜ਼ਨਸ ਦੇ ਲਈ ਉਹਨਾਂ ਨੂੰ ਆਪਣੀ ਮੀਟਿੰਗਸ, ਕਾਨਫਰੰਸਿਸ, ਉਹ ਸਾਰਾ ਕੁਛ ਔਰਗੇਨਾਈਜ਼ ਕਰਨਾ ਪੈਂਦਾ। ਇਸ ਕਰਕੇ ਉਹਨਾਂ ਨੂੰ ਇਵੇਂ ਦੀਆਂ ਫੈਸਿਲਿਟੀਜ਼ ਚਾਹੀਦੀਆਂ ਨੇ, ਐਵੇਂ ਦੀ ਜਗ੍ਹਾ ਚਾਹੀਦੀ ਜਿੱਥੇ ਉਹ ਆਪਣੀ ਕੋਈ ਵੀ ਮੀਟਿੰਗ ਜਾਂ ਫਿਰ ਆਪਣੀ ਕੋਈ ਵੀ ਕਾਨਫਰੰਸ ਆ ਉਹਨੂੰ ਪ੍ਰੋਪਰ ਵੇ ਦੇ ਨਾਲ ਉੱਥੇ ਔਰਗੇਨਾਈਜ਼ ਕਰ ਸਕਣ। Next है intangible resources. The reputation of destination regarding value for money, service, quality, hospitality, etc. ਹੁਣ ਜਿਹੜੀ ਸਰਵਿਸ ਆ, ਹੁਣ ਇੰਟੈਂਜੀਬਲ ਰਿਸੋਰਸਿਸ ਇਹਦੇ ਵਿੱਚ ਫਸਟ ਆਫ ਆਲ ਅਸੀਂ ਸਰਵਿਸ ਦੀ ਗੱਲ ਕਰਾਂਗੇ। ਜੇਕਰ ਸਭ ਕੁਛ ਹੈ ਉੱਥੇ, ਅਟਰੈਕਸ਼ਨ, ਅਕੋਮੋਡੇਸ਼ਨ, ਟਰਾਂਸਪੋਰਟ, ਸਾਰਾ ਕੁਛ ਹੈ, ਬਟ ਜਿਹੜੀ ਉੱਥੇ ਸਰਵਿਸ ਆ ਉਹੀ ਨਹੀਂ ਵਧੀਆ ਹੈਗੀ, ਤਾਂ ਓਬਵੀਅਸਲੀ ਜਿਹੜੇ ਗੈਸਟ ਨੇ, ਜਿਹੜੇ ਵਿਜ਼ਿਟਰਸ ਨੇ, ਉਹ ਉਸ ਪਲੇਸ ਨੂੰ ਵਿਜ਼ਿਟ ਨਹੀਂ ਕਰਨਗੇ। ਜੇਕਰ ਉੱਥੋਂ ਦੀ ਸਰਵਿਸ ਬਹੁਤ ਵਧੀਆ ਤਾਂ ਉਹ ਹਮੇਸ਼ਾ ਯਾਦ ਰੱਖਣਗੇ ਕਿ ਉਸ ਜਗ੍ਹਾ 'ਤੇ ਸਰਵਿਸ ਬਹੁਤ ਵਧੀਆ ਸੀ। ਈਵਨ ਕਿ ਚਾਹੇ ਉਹਨੂੰ ਟੱਚ ਨਹੀਂ ਕਰ ਸਕਦੇ ਬਟ ਫੀਲ ਤਾਂ ਕਰਨਗੇ। ਐਂਡ ਉਹ ਆਪਣੇ ਜਿਹੜੇ ਹੋਰ ਜੋ ਵੀ ਆਪਣੇ ਫਰੈਂਡਸ ਨੇ ਉਹਨਾਂ ਕੋਲ ਮਾਊਥ ਐਡਵਰਟੀਜ਼ਮੈਂਟ ਕਰਨਗੇ, ਜਿਹੜਾ ਕਿ ਬਹੁਤ ਇੱਕ ਇਫੈਕਟਿਵ ਵੇ ਆ ਕਿਸੇ ਵੀ ਜਗ੍ਹਾ ਨੂੰ ਪ੍ਰਮੋਟ ਕਰਨ ਦੇ ਲਈ। ਇਸ ਕਰਕੇ ਉਹ ਇਸੇ ਹਿਸਾਬ ਦੇ ਨਾਲ ਆਪਣੀ ਜਿਹੜੀ ਸਰਵਿਸ ਜੋ ਉਹਨਾਂ ਨੇ ਐਕਸਪੀਰੀਅੰਸ ਕੀਤਾ ਉਹਨੂੰ ਇੱਕ ਗੁੱਡ ਮੈਨਰ ਦੇ ਵਿੱਚ ਬਾਕੀਆਂ ਨੂੰ ਵੀ ਦੱਸਣਗੇ, ਜਿਹਦੇ ਕਰਕੇ ਉਹ ਜਿਹੜੀ ਜਗ੍ਹਾ ਉਹ ਆਟੋਮੈਟਿਕਲੀ ਪ੍ਰਮੋਟ ਹੋ ਜੂਗੀ। ਦ ਇਮੇਜ ਆਫ ਦ ਡੈਸਟੀਨੇਸ਼ਨ ਕੰਸਰਨਿੰਗ ਸੇਫਟੀ ਐਂਡ ਸਿਕਿਉਰਿਟੀ। ਹੁਣ ਜਿਹੜੀ ਜਗ੍ਹਾ 'ਤੇ ਉਹ ਗਏ ਨੇ ਉੱਥੋਂ ਦੀ ਇਮੇਜ ਉਹ ਵੀ ਇੱਕ ਵਧੀਆ ਸਾਹਮਣੇ ਆਉਣੀ ਚਾਹੀਦੀ ਆ, ਠੀਕ ਹੈ। ਉੱਥੇ ਜਿਹੜੀ ਸੇਫਟੀ ਉਹ ਵੀ ਪ੍ਰੋਪਰ ਹੋਣੀ ਚਾਹੀਦੀ ਹੈ, ਸਿਕਿਉਰਿਟੀ ਵੀ ਪ੍ਰੋਪਰ ਹੋਣੀ ਚਾਹੀਦੀ ਆ। ਯੂਨੀਕਨੈਸ ਆਫ ਐਕਸਪੀਰੀਅੰਸਿਸ ਐਂਡ ਆਫਰ, ਅਤੇ ਉਹ ਯੂਨੀਕ ਹੋਣੀ ਚਾਹੀਦੀ ਆ ਉਹਨਾਂ ਦੇ ਜਿੱਥੇ ਉਹ ਰਹਿੰਦੇ ਨੇਗੇ। ਉੱਥੇ ਉਹ ਜਗ੍ਹਾ ਦੇਖ ਦੇਖ ਕੇ ਬੋਰ ਹੋ ਜਾਂਦੇ ਨੇ, ਫਿਰ ਉਹ ਕਿਸੇ ਕੋਈ ਯੂਨੀਕ ਚੀਜ਼ ਦੇਖਣ ਦੇ ਲਈ ਹੀ ਟਰੈਵਲ ਕਰਦੇ ਨੇ। ਈਵਨ ਕਿ ਉਹ ਇੰਨੇ ਆਪਣੀ ਮਨੀ ਸਪੈਂਡ ਕਰਕੇ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਉਹ ਜਿਹੜੀ ਜਗ੍ਹਾ ਉੱਥੇ ਬਿਲਕੁਲ ਯੂਨੀਕਨੈਸ ਚਾਹੀਦੀ ਹੁੰਦੀ ਆ। ਦ ਕਲਚਰ ਆਫ ਦ ਡੈਸਟੀਨੇਸ਼ਨ, ਐਗਜ਼ਾਮਪਲ ਵੈਲਕਮਿੰਗ ਆਫ ਟੂਰਿਸਟ, ਹੋਸਪਿਟੈਲਿਟੀ, ਲਾਈਫ ਸਟਾਈਲ, ਐਕਸੈਕਟਰਾ। ਹੁਣ ਜਿਹੜਾ ਕਲਚਰ ਆ ਉੱਥੋਂ ਦੇ ਲੋਕਾਂ ਦਾ ਉਹ ਵੀ ਵੈਲਕਮਿੰਗ ਹੋਣਾ ਚਾਹੀਦਾ। ਉਹ ਐਕਸੈਪਟ ਕਰਨ ਕਿ ਸਾਡੇ ਟੂਰਿਸਟ ਨੇ, ਉਹਨਾਂ ਨੂੰ ਵਧੀਆ ਵੇ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਨ, ਉਹਨਾਂ ਨੂੰ ਫੀਲ ਕਰਵਾਉਣ ਕਿ ਤੁਸੀਂ ਸਾਡੇ ਗੈਸਟ ਹੋ, ਹੈ ਨਾ। ਜੇ ਉਹ ਉਹਨਾਂ ਨੂੰ ਦੇਖ ਕੇ ਮਤਲਬ ਬੁਰਾ ਵਿਵਹਾਰ ਕਰਨਗੇ ਉਹਨਾਂ ਨਾਲ, ਤਾਂ ਓਬਵੀਅਸਲੀ ਜਿਹੜੇ ਟੂਰਿਸਟ ਨੇ ਉਹ ਉਹਨਾਂ ਤੋਂ ਡੀਮੋਟੀਵੇਟ ਹੋਣਗੇ ਉੱਦਾਂ ਦੀ ਜਗ੍ਹਾ 'ਤੇ ਜਾਣ ਲਈ, ਹੈ ਨਾ, ਅਤੇ ਉਹ ਦੁਬਾਰਾ ਉੱਥੇ ਵਿਜ਼ਿਟ ਕਰਨ ਦੇ ਲਈ ਨਹੀਂ ਆਉਣਗੇ। ਹੁਣ ਅਸੀਂ ਗੱਲ ਕਰਾਂਗੇ ਕੁਛ ਨੈਚੁਰਲ ਟੂਰਿਜ਼ਮ ਰਿਸੋਰਸਿਸ ਇਨ ਇੰਡੀਆ ਦੇ ਵਿੱਚ। ਜਿਹੜੇ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਨੇਚਰ ਦੇ ਦੁਆਰਾ ਬਣਾਏ ਹੋਏ ਰਿਸੋਰਸਿਸ ਨੇ ਜਿਨ੍ਹਾਂ ਕਰਕੇ ਜਿਹੜਾ ਇੱਥੇ ਟੂਰਿਜ਼ਮ ਆ ਉਹ ਪੋਸੀਬਲ ਆ। ਫਸਟ ਆਫ ਆਲ ਅਸੀਂ ਮਾਊਂਟੇਨਸ ਦੀ ਗੱਲ ਕਰਾਂਗੇ। ਤੁਸੀਂ ਦੇਖ ਰਹੇ ਹੋ ਕਿੰਨੀ ਸਾਰੀਆਂ ਇਹ ਹਿਲਸ ਨੇ, ਮਾਊਂਟੇਨ ਰੇਂਜਿਸ ਨੇ, ਜਿਵੇਂ ਕਿ ਅਗਸਥਮਲਾਈ ਹਿਲਸ, ਰਾਵਲੀ ਹਿਲਸ, ਅਨਾਮਲਾਈ ਹਿਲਸ, ਕੈਮੋਰ ਹਿਲਸ, ਕਾਰਡੇਮਮ ਹਿਲਸ, ਈਸਟਰਨ ਘਾਟਸ, ਗੈਰੋ ਹਿਲਸ, ਗ੍ਰੇਟ ਇੰਡੀਅਨ ਹਿਮਾਲਿਆਜ਼, ਜੈਂਤੀਆ ਹਿਲਸ, ਕਾਰਾਕੋਰਮ ਰੇਂਜ, ਖਾਸੀ ਹਿਲਸ, ਮਨੀਪੁਰ ਹਿਲਸ, ਮੀਜ਼ੋ ਹਿਲਸ, ਨਾਗਾ ਹਿਲਸ, ਨਾਗਟਿੱਬਾ ਰੇਂਜ, ਨੀਲਗਿਰੀ ਹਿਲਸ, ਪਲਾਨੀ ਹਿਲਸ, ਪਟਕਾਈ ਹਿਲਸ, ਪੀਰ ਪੰਜਾਲ ਰੇਂਜ, ਪੂਰਵਾਂਚਲ ਰੇਂਜ, ਸਤਪੁਰਾ ਰੇਂਜ, ਸਹਾਇਦਰਾਏ, ਸ਼ਿਵਾਲਿਕ ਹਿਲਸ, ਵਿੰਧਿਆ ਰੇਂਜ, ਵੈਸਟਰਨ ਘਾਟਸ, ਜਸਕਰ ਰੇਂਜ। ਇਹ ਸਾਰੀਆਂ ਮਾਊਂਟੇਨ ਰੇਂਜਿਸ ਨੇ, ਇਹ ਸਾਰੀਆਂ ਹਿਲਸ ਨੇ ਜਿਹੜੇ ਕਿ ਕਾਫੀ ਪੋਪੂਲਰ ਨੇ ਅਮੰਗ ਦ ਟੂਰਿਸਟ। ਜਿਹੜੇ ਵਿਜ਼ਿਟਰਸ ਨੇ ਉਹ ਇੱਥੇ ਆਉਂਦੇ ਨੇ ਅਤੇ ਹਿਲਸ ਦਾ, ਮਾਊਂਟੇਨਸ ਦਾ, ਉੱਥੋਂ ਦੇ ਲੈਂਡਸਕੇਪਸ ਦਾ ਵਿਊ ਆ ਜਿਹੜਾ ਉਹ ਬਹੁਤ ਉਹਨਾਂ ਨੂੰ ਮੈਸਮਰਾਈਜ਼ ਕਰਦਾ ਐਂਡ ਇੰਡੀਆ ਨੂੰ ਪ੍ਰਮੋਟ ਕਰਦਾ ਫॉर ਟੂਰਿਜ਼ਮ ਪਰਪਸ ਦੇ ਲਈ। ਨੈਕਸਟ ਰਿਸੋਰਸ ਹੈ ਡੈਜ਼ਰਟਸ ਇਨ ਇੰਡੀਆ। ਥਾਰ ਡੈਜ਼ਰਟ ਅਤੇ ਕੱਚ ਡੈਜ਼ਰਟਸ, ਇਹ ਡੈਜ਼ਰਟਸ ਨੇਗੇ ਜਿਨ੍ਹਾਂ ਨੂੰ ਲੋਕ ਦੇਖਣ ਦੇ ਲਈ ਆਉਂਦੇ ਨੇ। ਜਿਹੜਾ ਥਾਰ ਡੈਜ਼ਰਟ ਆ ਇਹ ਗ੍ਰੇਟ ਇੰਡੀਅਨ ਡੈਜ਼ਰਟ ਆ, ਜਿਹੜਾ ਕਿ 496 ਮਾਈਲਸ ਲੌਂਗ ਆ ਐਂਡ 248 ਮਾਈਲਸ ਵਾਈਡ ਆ, ਚੌੜਾ। ਇਹ ਰਾਜਸਥਾਨ ਟੂ ਸਾਊਥ ਈਸਟ ਪਾਕਿਸਤਾਨ ਐਂਡ ਸਮ ਆਫ ਗੁਜਰਾਤ, ਰਾਜਸਥਾਨ ਤੋਂ ਹੁੰਦਾ ਹੋਇਆ ਪਾਕਿਸਤਾਨ ਦੇ ਸਾਊਥ ਈਸਟ ਤੱਕ ਅਤੇ ਕੁਛ ਪਾਰਟ ਗੁਜਰਾਤ ਦਾ ਕਵਰ ਕਰਦਾ। ਐਨੂਅਲ ਰੇਨਫਾਲ ਇਜ਼ ਲੈਸ ਦੈਨ 10 ਇੰਚਿਸ, ਜਿਹੜੀ ਇੱਥੇ ਸਾਲਾਨਾ ਵਰਖਾ ਉਹ 10 ਇੰਚਿਸ ਤੋਂ ਵੀ ਘੱਟ ਆ। ਜੋਧਪੁਰ, ਜੈਸਲਮੇਰ ਐਂਡ ਬੀਕਾਨੇਰ, ਇਹ ਜਿਹੜੀਆਂ ਸਿਟੀਜ਼ ਨੇ ਇਹ ਥਾਰ ਡੈਜ਼ਰਟ ਕਵਰ ਕਰਦਾ। ਹਿਸਟੋਰੀਕਲ ਪੈਲੇਸ ਮਹਿਰਾਨਗੜ੍ਹ,
ਇੱਥੇ ਦੇਖਣ ਦੇ ਲਈ ਇੱਕ ਹਿਸਟੋਰੀਕਲ ਪੈਲੇਸ ਆ ਮਹਿਰਾਨਗੜ੍ਹ ਦੇ ਵਿੱਚ, ਦ ਮੋਸਟ ਕਲਰਫੁਲ ਡੈਜ਼ਰਟ ਇਨ ਦ ਵਰਲਡ। ਅਤੇ ਇਹ ਸਭ ਤੋਂ ਜ਼ਿਆਦਾ ਕਲਰਫੁਲ ਡੈਜ਼ਰਟ ਆ ਪੂਰੇ ਸੰਸਾਰ ਦੇ ਵਿੱਚ। ਇਹਦੇ ਵਿੱਚ ਹੋਰ ਕੀ ਕੀ ਆ, ਸੈਂਡ ਡਿਊਨਸ ਨੇ, ਮਾਰਸ਼ਸ ਨੇ, ਗ੍ਰੈਵਲ ਐਂਡ ਹਿਲ ਰੌਕਸ ਨੇ। ਪੈਲੈਂਟੋਜੋਲੌਜਿਸਟ ਹੈਵ ਡਿਸਕਵਰਡ ਫੋਸਿਲ ਐਜ਼ ਓਲਡ ਐਜ਼ 300 ਮਿਲੀਅਨ ਈਅਰਸ। ਅਤੇ ਇੱਥੇ ਫੋਸਿਲਸ ਮਿਲੇ ਸੀ ਜਿਹੜੇ ਕਿ 300 ਸਾਲ ਪੁਰਾਣੇ ਸੀ। ਜਿਹੜਾ ਥਾਰ ਡੈਜ਼ਰਟ ਆ ਇਹ ਵੀ ਬਹੁਤ ਫੇਮਸ ਹੈਗਾ ਵਿਜ਼ਿਟਰਸ ਦੇ ਵਿੱਚ। ਕੱਚ ਜਿਹੜਾ ਡੈਜ਼ਰਟ ਆ ਵੈਸਟਰਨ ਟਿਪ ਆਫ ਦ ਸਟੇਟ ਆਫ ਗੁਜਰਾਤ, ਇਹ ਗੁਜਰਾਤ ਦੀ ਵੈਸਟਰਨ ਟਿਪ 'ਤੇ ਆ। ਬਾਰਡਰਡ ਬਾਏ ਦ ਅਰੇਬੀਅਨ ਸੀ ਦੇ ਦੁਆਰਾ ਇਹਦਾ ਕਵਰ ਕੀਤਾ ਹੋਇਆ ਇਹਨੂੰ। ਦ ਕੱਚ ਡੈਜ਼ਰਟ ਆਰ ਸਾਲਟੀ, ਇਹ ਸਾਲਟੀ ਆ। ਮਡੀ ਗ੍ਰਾਸਲੈਂਡਸ ਐਂਡ ਸਵੈਂਪਸ ਦੈਟ ਫਲੱਡ ਇਨ ਮੌਨਸੂਨ ਸੀਜ਼ਨ। ਅਤੇ ਇੱਥੋਂ ਦਾ ਜਿਹੜਾ ਮਤਲਬ ਏਰੀਆ ਉਹ ਕਾਫੀ ਮੱਡੀ ਆ ਅਤੇ ਫਲੱਡਸ ਆਉਂਦੇ ਨੇ ਮੌਨਸੂਨ ਸੀਜ਼ਨ ਦੇ ਵਿੱਚ। ਮੇਰਿਡ ਵਾਈਲਡ ਲਾਈਫ ਬਹੁਤ ਜ਼ਿਆਦਾ, ਇਨਕਲੂਡਿੰਗ ਡੈਜ਼ਰਟ ਕੈਟਸ ਨੇ ਇੱਥੇ, ਗੈਜ਼ਲਸ ਨੇ, ਕ੍ਰੇਨਸ ਨੇ, ਫਾਲਕਨਸ ਨੇ, ਇਹ ਕੁਛ ਐਨੀਮਲਸ ਦੀਆਂ ਸਪੀਸੀਜ਼ ਨੇ, ਪੈਲੀਕਨਸ ਨੇ ਐਂਡ ਦ ਵਾਈਲਡ ਇੱਥੇ ਐਵੇਂ ਦੀਆਂ ਕੁਛ ਸਪੀਸੀਜ਼ ਨੇਗੀਆਂ ਇਸ ਡੈਜ਼ਰਟ ਦੇ ਉੱਪਰ। ਰੈਨ ਆਫ ਕੱਚ, ਅ ਵੈਟਲੈਂਡ ਵਿਦਇਨ ਦ ਡੈਜ਼ਰਟ, is crossed by the river Lun and is home to 18 tribes of indigenous people। ਅਤੇ ਇੱਥੇ ਜਿਹੜੇ ਲੋਕ ਨੇ ਉਹ 18 ਟਰਾਈਬਸ, ਕਬੀਲੇ ਨੇ ਜਿਹੜੇ, ਉਹ 18 ਕਬੀਲੇ ਦੇ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ। ਬਿਕਾਜ਼ ਆਫ ਰੈਪਿਡ ਡੀਫੋਰੈਸਟੇਸ਼ਨ, ਜ਼ਿਆਦਾ ਫੋਰੈਸਟ ਦੇ ਕੱਟਣ ਦੇ ਨਾਲ, ਐਂਡ ਸਾਲਟ ਐਕਸਟ੍ਰੈਕਸ਼ਨ, ਜਿਹੜਾ ਸਾਲਟ ਆ ਉਹ ਨਿਕਲ ਰਿਹਾ। ਦ ਇਕੋਸਿਸਟਮ ਆਫ ਦ ਕੱਚ ਹੈਜ਼ ਕੇਮ ਅੰਡਰ ਥ੍ਰੈਟ। ਇਸ ਕਰਕੇ ਜਿਹੜਾ ਉੱਥੋਂ ਦਾ ਇਕੋਸਿਸਟਮ ਆ ਉਹ ਅੰਡਰ ਥ੍ਰੈਟ ਆ, ਮਤਲਬ ਉਹ ਖਤਰੇ ਦੇ ਵਿੱਚ ਆ। ਦ ਕੱਚ ਡੈਜ਼ਰਟ ਵਾਈਲਡ ਲਾਈਫ ਸੈਂਚੁਰੀ ਆਫ ਗੁਜਰਾਤ, ਇਹ ਵਾਈਲਡ ਲਾਈਫ ਸੈਂਚੁਰੀ ਗੁਜਰਾਤ ਦੀ। ਦ ਲਾਰਜੈਸਟ ਇਨ ਦ ਕੰਟਰੀ, ਜਿਹੜੀ ਕਿ ਕੰਟਰੀ ਦੇ ਵਿੱਚ ਸਭ ਤੋਂ ਵੱਡੀ ਆ। ਐਂਡ ਬਾਇਓਸਫੀਅਰ ਰਿਜ਼ਰਵ ਆ ਇੱਥੇ। ਹਾਊਸ ਆਫ ਮੈਨੀ ਰੇਅਰ ਐਂਡ ਐਂਡੇਂਜਰਡ ਐਨੀਮਲ, ਇੱਥੇ ਕਾਫੀ ਜਿਹੜੀਆਂ ਐਵੇਂ ਦੀਆਂ ਐਕਸਟਿੰਕਟ ਸਪੀਸੀਜ਼ ਨੇ ਜਾਂ ਫਿਰ ਜਿਹੜੀਆਂ ਐਂਡੇਂਜਰਡ ਸਪੀਸੀਜ਼ ਨੇ ਐਨੀਮਲਸ ਦੀਆਂ, ਉਹ ਰਹਿੰਦੀਆਂ ਨੇ। ਇਨਕਲੂਡਿੰਗ ਵਲਚਰਸ ਐਂਡ ਈਗਲਸ, ਜੋ ਕਿ ਹੁਣ ਅੰਡਰ ਥ੍ਰੈਟ ਨੇ, ਖਤਮ ਹੋਣ ਦੀ ਕਦਾਰ 'ਤੇ ਨੇ। ਵਲਚਰਸ ਐਂਡ ਈਗਲਸ ਉਹ ਵੀ ਇੱਥੇ ਰਹਿੰਦੇ ਨੇ। ਮਾਊਂਟੇਨ ਰੇਂਜਿਸ, ਇਹ ਕੁਛ ਮਾਊਂਟੇਨ ਰੇਂਜਿਸ ਨੇਗੀਆਂ ਜੋ ਕਿ ਅਸੀਂ ਪਹਿਲਾਂ ਵੀ ਪੜ੍ਹ ਲਈਆਂ। ਨੈਕਸਟ ਹੈ ਡੈਜ਼ਰਟ ਟੂਅਰਸ, ਜਿਹੜੇ ਲੋਕ ਨੇ ਉਹ ਡੈਜ਼ਰਟ ਟੂਅਰ ਦੇ ਲਈ ਇੱਥੇ ਆਉਂਦੇ ਨੇ, ਜਿਵੇਂ ਕਿ ਕੈਮਲ ਐਂਡ ਜੀਪ ਸਫਾਰੀ ਕਰਨ ਦੇ ਲਈ, ਜੋ ਕਿ ਸਿਟੀ ਟੂ ਸਿਟੀ ਹੁੰਦੀ ਹੈ। ਹਿਸਟੋਰੀਕਲ ਬਿਲਡਿੰਗਸ ਦੇਖਣ ਦੇ ਲਈ, ਮੀਟਿੰਗਸ ਦੇ ਲਈ, ਰੈਜ਼ੀਡੈਂਟਸ ਦੇ ਨਾਲ ਮੀਟਿੰਗਸ ਕਰਨ ਦੇ ਲਈ। ਕੈਂਪ ਇਨ ਮਡ ਹਟਸ ਔਰ ਟੈਂਟਸ, ਕੈਂਪਿੰਗ ਕਰਦੇ ਨੇ ਲੋਕ ਉੱਥੇ ਟੈਂਟਸ ਵਗੈਰਾ ਲਗਾ ਕੇ। ਪਾਰਟੀਸਪੇਟ ਇਨ ਲੋਕਲ ਫੈਸਟੀਵਲਸ ਐਂਡ ਐਕਟੀਵਿਟੀਜ਼, ਲੋਕ ਸਪੈਸ਼ਲ ਜੋ ਉੱਥੋਂ ਦੇ ਨੇਟਿਵ ਫੈਸਟੀਵਲਸ ਹੁੰਦੇ ਨੇ ਉੱਥੇ ਪਾਰਟੀਸਪੇਟ ਕਰਨ ਦੇ ਲਈ ਆਉਂਦੇ ਨੇ। ਪ੍ਰੀਪੇਅਰਡ ਫॉर ਵੈਰੀ ਹੌਟ, ਜਿਹੜੇ ਇੱਥੇ ਦਾ ਏਰੀਆ ਉਹ ਕਾਫੀ ਗਰਮ ਆ, ਉਹਦੇ ਲਈ ਪ੍ਰੀਪੇਅਰ ਹੋ ਕੇ ਆਉਂਦੇ ਨੇ। ਅਤੇ ਨਾਈਟਸ ਬਹੁਤ ਕੋਲਡ ਹੁੰਦੀਆਂ ਨੇ। ਅਤੇ ਪਾਣੀ ਆ ਜਿਹੜਾ ਉਹ ਜ਼ਰੂਰ ਆਪਣੇ ਨਾਲ ਲੈ ਕੇ ਆਉਣਾ ਟੂਰਿਸਟ ਲਈ ਜ਼ਰੂਰੀ ਆ, ਕਿਉਂਕਿ ਪਾਣੀ ਦੀ ਕਾਫੀ ਘਾਟ ਆ। ਮੋਸਟ ਪੋਪੂਲਰ ਸਫਾਰੀ ਸਰਕਿਟ ਟੇਕ ਵਿਜ਼ਿਟਰ ਟੂ ਦ ਸਿਟੀਜ਼, ਜਿਹੜੀਆਂ ਸਫਾਰੀ ਜੋ ਅਸੀਂ ਪੜ੍ਹਿਆ ਵੀ ਜੀਪ ਸਫਾਰੀਜ਼ ਹੁੰਦੀਆਂ ਨੇ, ਉਹ ਵਿਜ਼ਿਟਰਸ ਨੂੰ ਕੁਛ ਕੁ ਸਿਟੀਜ਼ ਦੇ ਵਿੱਚ ਲੈ ਕੇ ਜਾਂਦੀਆਂ ਨੇ, ਜਿਵੇਂ ਕਿ ਜੈਸਲਮੇਰ, ਬੀਕਾਨੇਰ, ਜੋਧਪੁਰ, ਅਤੇ ਹੋਰ ਵੀ ਨਾਲ ਕੁਛ ਵਿਲੇਜਿਸ ਦੇ ਵਿੱਚ ਲੈ ਕੇ ਜਾਂਦੇ ਨੇ, ਪੈਲੇਸਿਸ ਦੇ ਵਿੱਚ ਲੈ ਕੇ ਜਾਂਦੇ ਨੇ, ਲੇਕਸ ਦਿਖਾਉਂਦੇ ਨੇ, ਹਿਸਟੋਰਿਕ ਫੋਰਟਸ, ਪੁਰਾਣੇ ਕਿਲ੍ਹੇ ਦਿਖਾਉਂਦੇ ਨੇ, ਐਂਡ ਅਦਰ ਸਾਈਟਸ ਅਲੋਂਗ ਦ ਵੇ, ਹੋਰ ਵੀ ਜਿਹੜੀਆਂ ਰਸਤੇ ਦੇ ਵਿੱਚ ਜੋ ਵੀ ਐਵੇਂ ਦੀਆਂ ਸਾਈਟਸ ਆਉਂਦੀਆਂ ਨੇ ਉਹ ਸਾਰੀਆਂ ਇੱਕ ਵਿਜ਼ਿਟਰ ਨੂੰ ਦਿਖਾਉਂਦੇ ਨੇ। ਦ ਡੈਜ਼ਰਟ ਨੈਸ਼ਨਲ ਪਾਰਕ ਵਿਚ ਇਜ਼ 20% ਸੈਂਡ ਡਿਊਨਸ, ਇਹਦਾ ਜਿਹੜਾ ਨੈਸ਼ਨਲ ਪਾਰਕ ਆ ਉਹਦੇ ਵਿੱਚ 20% ਆ ਜਿਹੜਾ ਉਹ ਸੈਂਡ ਡਿਊਨਸ ਆ ਉੱਥੇ। ਪ੍ਰੋਵਾਈਡ ਅ ਗਲਿੰਪਸ ਇਨਟੂ ਦ ਡੈਜ਼ਰਟ ਇਕੋਸਿਸਟਮ, ਅਤੇ ਇੱਕ ਰੌਸ਼ਨੀ ਪਾਉਂਦਾ ਡੈਜ਼ਰਟ ਇਕੋਸਿਸਟਮ ਦੇ ਉੱਪਰ। ਆਈਲੈਂਡਸ ਆਫ ਇੰਡੀਆ, ਇਹ ਵੀ ਨੈਚੁਰਲ ਟੂਰਿਜ਼ਮ ਰਿਸੋਰਸ ਆ। ਫਸਟ ਆਫ ਆਲ ਅਸੀਂ ਗੱਲ ਕਰਾਂਗੇ ਲਕਸ਼ਦੀਪ, ਜੋ ਕਿ 200 to 300 ਕਿਲੋਮੀਟਰਸ ਲੌਂਗ ਆ, ਐਂਡ ਇਹ ਕੇਰਲਾ ਦੇ ਕੋਸਟ ਦੇ ਉੱਪਰ ਆ, ਜੋ ਕਿ ਅਰੇਬੀਅਨ ਸੀ 'ਤੇ ਆ। ਵਿਦ ਦਾ ਏਰੀਆ, ਜਿਹਦਾ ਏਰੀਆ ਜਿਹੜਾ ਉਹ 32 ਕਿਲੋਮੀਟਰ ਪਰ ਸਕੁਏਅਰ ਆ। ਇਹਦੇ ਵਿੱਚ 12 ਐਟੋਲਸ ਨੇ, 3 ਰੀਫਸ ਨੇ ਐਂਡ 5 ਸਬਮਰਜਡ ਬੈਂਕਸ ਨੇ, ਵਿਦ ਟੋਟਲ ਆਫ ਇਹਦੇ ਟੋਟਲ 36 ਛੋਟੇ ਆਈਲੈਂਡਸ ਨੇ। ਨੈਕਸਟ ਹੈ ਦਿਊ, ਪੋਰਤਗੀਜ਼ ਇਨਕਲੇਵ ਮੰਜੋਲੀ, ਏਸ਼ੀਆਜ਼ ਲਾਰਜੈਸਟ ਫਰੈਸ਼ ਵਾਟਰ ਆਈਲੈਂਡ, ਇਹ ਏਸ਼ੀਆ ਦਾ ਸਭ ਤੋਂ ਵੱਡਾ ਫਰੈਸ਼ ਵਾਟਰ ਆਈਲੈਂਡ ਆ। ਐਲੀਫੈਂਟਾ ਇਨ ਦ ਬੰਬੇ ਹਾਰਬਰ, ਅਤੇ ਸ਼੍ਰੀਗੋਂਡਾ ਬੈਰੀਅਰ ਆਈਲੈਂਡ ਇਨ ਆਂਧਰਾ ਪ੍ਰਦੇਸ਼, ਇਹ ਸਾਰੇ ਦਿਓ ਦੇ ਵਿੱਚ ਆਉਂਦੇ ਨੇ। 42 ਆਈਲੈਂਡਸ ਇਨ ਦ ਗਲਫ ਆਫ ਕੱਚ
42 ਜਿਹੜੇ ਆਈਲੈਂਡਸ ਨੇ ਉਹ ਗਲਫ ਆਫ ਕੱਚ ਦੇ ਨੇ। ਕੌਂਸਟੀਟਿਊਐਂਟ ਦਾ ਮੈਰੀਨ ਨੈਸ਼ਨਲ ਪਾਰਕ, ਤੇ ਜਿੱਥੇ ਕੀ ਹੈ ਇੱਕ ਮੈਰੀਨ ਨੈਸ਼ਨਲ ਪਾਰਕ ਆ। ਨੈਕਸਟ ਹੈ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ। ਇਹਦੇ ਵਿੱਚ 572 ਇਜ਼ੇਲਸ ਨੇ ਜੋ ਕਿ ਬੇ ਆਫ ਬੰਗਾਲ ਦੇ ਉੱਪਰ ਆ, ਜੋ ਕਿ ਮਿਆਂਮਾਰ ਕੋਸਟ ਦੇ ਬਿਲਕੁਲ ਨੇੜੇ ਆ। ਇਟ ਇਜ਼ ਲੋਕੇਟਡ, ਇਹ 1255 ਕਿਲੋਮੀਟਰ ਆ, ਜੋ ਕਿ ਕੋਲਕਾਤਾ ਤੋਂ 1255 ਕਿਲੋਮੀਟਰਸ 'ਤੇ ਆ। 2 ਆਈਲੈਂਡ ਗਰੁੱਪਸ ਨੇਗੇ, ਅੰਡੇਮਾਨ ਆਈਲੈਂਡ ਆ, ਇੱਕ ਨਿਕੋਬਾਰ ਆਈਲੈਂਡ ਆ, ਜਿਹਦੇ ਵਿੱਚ ਛੋਟੇ 204 ਆਈਲੈਂਡਸ ਨੇ ਅਤੇ ਜਿਨ੍ਹਾਂ ਦੀ ਲੈਂਥ 352 ਕਿਲੋਮੀਟਰ ਆ। ਇੰਡੀਆਜ਼ ਓਨਲੀ ਐਕਟਿਵ ਵਾਲਕੈਨੋ ਬੈਰਨ ਆਈਲੈਂਡ ਆ, ਇੱਕ ਜੋ ਕਿ ਇੰਡੀਆ ਦਾ ਐਕਟਿਵ ਵਾਲਕੈਨੋ ਆ। ਨਰਕੰਡਮ ਇਜ਼ ਅ ਡੋਰਮੈਂਟ ਵਾਲਕੈਨੋ ਹੈਗਾ ਨਰਕੰਡਮ। ਅਤੇ ਮਡ ਵਾਲਕੈਨੋ ਹੈਗਾ ਉਹ ਜੋ ਬਰਤੰਗ 'ਤੇ ਆ, ਜੋ ਕਿ ਇੰਦਰਾ ਪੁਆਇੰਟ ਦੇ ਉੱਪਰ ਆ। ਸੈਲਸਟ ਆਈਲੈਂਡ ਆ, ਉਹ ਮੋਸਟ ਪੋਪੂਲਰ ਆਈਲੈਂਡ ਆ, ਜੋ ਕਿ ਬੰਬੇ ਦੇ ਵਿੱਚ ਸਥਿਤ ਆ। ਨੈਕਸਟ ਹੈ ਫਲੋਰਾ ਐਂਡ ਫਾਨਾ ਆਫ ਇੰਡੀਆ। ਇਹ ਵੀ ਨੈਚੁਰਲ ਟੂਰਿਜ਼ਮ ਰਿਸੋਰਸ ਆ। ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਟਾਈਗਰ ਕੰਜ਼ਰਵ ਕਰਨ ਦੇ ਲਈ ਸਟਾਰਟ ਕੀਤਾ ਸੀ ਉਹ 1973 ਦੇ ਵਿੱਚ ਸਟਾਰਟ ਕੀਤਾ ਸੀ, ਜਿਹਨੇ ਕਿ ਹੁਣ 72 ਟਾਈਗਰ ਰਿਜ਼ਰਵਸ ਕਵਰ ਕਰ ਚੁੱਕਿਆ ਅਤੇ ਏਰੀਆ ਇਹਦਾ ਹੈਗਾ 37,761 ਸਕੁਅਰ ਕਿਲੋਮੀਟਰ। ਜਿਹੜਾ ਕਾਰਬੇਟ ਨੈਸ਼ਨਲ ਪਾਰਕ ਆ ਉੱਤਰਾਂਚਲ ਦੇ ਵਿੱਚ, ਉਹ ਸਭ ਤੋਂ ਪੁਰਾਣਾ ਪਾਰਕ ਆ ਇੰਡੀਆ ਦਾ, ਜਿੱਥੇ ਕਿ ਟਾਈਗਰ ਪ੍ਰੋਜੈਕਟ ਸਟਾਰਟ ਕੀਤਾ ਗਿਆ ਸੀ। ਕਾਨਾ ਨੈਸ਼ਨਲ ਪਾਰਕ ਜੋ ਕਿ ਰਣਥੰਭੌਰ ਦੇ ਵਿੱਚ ਆ। ਬੰਦਗਵੜ ਨੈਸ਼ਨਲ ਪਾਰਕ ਜੋ ਵੀ ਕੁਛ ਬੈਸਟ ਪਾਰਟਸ ਨੇਗੇ ਜਿਹਨੂੰ ਲੋਕ ਵਿਜ਼ਿਟ ਕਰਦੇ ਨੇ। ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਮਾਨਸ ਆ ਜਿਹੜਾ ਉਹ ਆਸਮ ਦੇ ਵਿੱਚ ਆ, ਜੋ ਉਹ ਵੀ ਕਾਫੀ ਫੇਮਸ ਨੇਗੇ। ਐਂਡ ਹੋਮ ਟੂ ਦਾ ਵਨ ਹੌਰਨਡ ਇੰਡੀਅਨ ਰਹੀਨੋਸੌਰਸ, ਅਤੇ ਇੱਥੇ ਇੰਡੀਅਨ ਰਹੀਨੋਸੌਰਸ ਨੇ ਜਿਹੜੇ ਉਹ ਕਾਫੀ ਜ਼ਿਆਦਾ ਨੇ। ਦ ਗਿਰ ਫੋਰੈਸਟ ਗੁਜਰਾਤ ਦੇ ਵਿੱਚ ਆ। ਇਜ਼ ਦ ਲਾਸਟ ਰਿਫਿਊਜੀ ਆਫ ਦ ਆਸਟਿਕ ਲਾਇਨ, ਜਿੱਥੇ ਕਿ ਆਸਟਿਕ ਜਿਹੜਾ ਲਾਇਨ ਆ ਉਹ ਉੱਥੇ ਪਾਇਆ ਜਾਂਦਾ। ਦ ਐਨੀਮਲਸ ਵਿਚ ਆ ਇਨ ਦ ਹਾਈ ਰੇਂਜ ਐਂਡ ਪੈਰੀਅਰ ਨੈਸ਼ਨਲ ਪਾਰਕ ਇਨ ਕੇਰਲਾ। ਪੈਰੀਅਰ ਨੈਸ਼ਨਲ ਪਾਰਕ ਕੇਰਲਾ ਦੇ ਵਿੱਚ ਆ, ਅਤੇ ਜਿਹੜਾ ਦੂਸਰਾ ਹੈਗਾ ਉਹ ਐਨਾਮੈਲਿਸ ਦੇ ਵਿੱਚ ਆ। ਬੰਦੀਪੁਰ ਨੈਸ਼ਨਲ ਪਾਰਕ ਜੋ ਕਰਨਾਟਕਾ ਦੇ ਵਿੱਚ ਆ। ਨਾਗਰਖੋਲ ਨੈਸ਼ਨਲ ਪਾਰਕ, ਮੁਦੂਮਲਾਈ ਨੈਸ਼ਨਲ ਪਾਰਕ ਵਿਅਨਨ ਇਨ ਕੇਰਲਾ ਦੇ ਵਿੱਚ। ਮੁਕੁਥਾਮੀ ਨੈਸ਼ਨਲ ਪਾਰਕ ਐਂਡ ਸਾਈਲੈਂਟ ਵੈਲੀ ਨੈਸ਼ਨਲ ਪਾਰਕ ਆਰ ਦਾ ਫੋਰੈਸਟ ਵਿਚ ਫਾਰਮ ਦ ਨੀਲਗਿਰੀ ਬਾਇਓਸਫੀਅਰ ਰਿਜ਼ਰਵ। ਇੱਕ ਮਿਲ ਕੇ ਸਾਰੇ ਨੀਲਗਿਰੀ ਬਾਇਓਸਫੀਅਰ ਰਿਜ਼ਰਵ ਬਣਾਉਂਦੇ ਨੇਗੇ, ਜੋ ਕਿ 5500 ਸਕੁਅਰ ਕਿਲੋਮੀਟਰ ਆ, ਅਤੇ ਇਹ ਪਹਿਲਾ ਬਾਇਓਸਫੀਅਰ ਰਿਜ਼ਰਵ ਆ ਇੰਡੀਆ ਦਾ। ਇਟ ਹੈਜ਼ ਦ ਲਾਰਜੈਸਟ ਪਾਪੂਲੇਸ਼ਨ ਆਫ ਆਰਕਟਿਕ ਐਲੀਫੈਂਟਸ। ਇੱਥੇ ਕਾਫੀ ਜ਼ਿਆਦਾ ਜਿਹੜੇ ਐਲੀਫੈਂਟਸ ਨੇ ਉਹ ਪਾਏ ਜਾਂਦੇ ਨੇ ਵਰਲਡ ਦੇ ਵਿੱਚ। ਅਤੇ ਇਜ਼ ਆਲਸੋ ਹੋਮ ਟੂ ਰਾਇਲ ਬੰਗਾਲ ਟਾਈਗਰ, ਜਿਹੜੇ ਬੰਗਾਲ ਟਾਈਗਰਸ ਨੇ ਉਹ ਵੀ ਇੱਥੇ ਪਾਏ ਜਾਂਦੇ ਨੇ। ਐਂਡ ਅਦਰ ਹੋਰ ਜਿਹੜੇ ਵੱਡੇ ਮੈਮਲਸ ਨੇ ਜਿਵੇਂ ਕਿ ਇੰਡੀਅਨ ਬਿਸਨੂਰ ਔਰ ਗੌਰ, ਉਹ ਵੀ ਇੱਥੇ ਪਾਏ ਜਾਂਦੇ ਨੇ। ਨੈਕਸਟ ਹੈ ਟਰੈਕਿੰਗ ਇਨ ਇੰਡੀਆ। ਲੋਕ ਨੇ ਜਿਹੜੇ ਉਹ ਟਰੈਕਿੰਗ ਦੇ ਲਈ ਆਉਂਦੇ ਨੇ। ਦ ਹਾਈ ਐਲਟੀਟਿਊਡ ਰੀਜਨ ਆਫ ਇੰਡੀਆ, ਹਿਮਾਲਿਆਜ਼ ਦੇ ਉੱਪਰ ਟਰੈਕਿੰਗ ਹੁੰਦੀ ਹੈ, ਇੰਡੀਅਨ ਹਿਮਾਲਿਆਜ਼ ਦੇ ਉੱਪਰ ਹੁੰਦੀ ਆ। ਲੱਦਾਖ ਵੀ ਅੱਛੀ ਜਗ੍ਹਾ ਟਰੈਕਿੰਗ ਦੇ ਲਈ। ਜੰਮੂ ਐਂਡ ਕਸ਼ਮੀਰ, ਦਾਰਜਲਿੰਗ, ਸਿੱਕਿਮ, ਇਹ ਕੁਛ ਕੁ ਪਲੇਸਿਸ ਨੇ ਜਿੱਥੇ ਟਰੈਕਿੰਗ ਹੁੰਦੀ ਆ। ਲੱਦਾਖ ਜਾਂਗਸਰ, ਇਹ ਪ੍ਰੋਪਰ ਉਹਨਾਂ ਦੇ ਨੇਮਸ ਨੇ। ਲੱਦਾਖ ਜਾਂਗਸਰ ਵਾਇਆ ਲਾਹੌਲ, ਮਨਾਲੀ ਟੂ ਬਿਆਸ ਕੁੰਡ 'ਤੇ ਹੁੰਦੀ ਹੈ। ਗੜਵਾਲ ਟਰੈਕਿੰਗ ਫੇਮਸ ਆ। ਹਿਮਾਚਲ ਮਨੀਕਰਨ ਟੂ ਸਪੀਤੀ ਦੋਦੀਤਲ। ਖਤਲਿੰਗ ਸਹਾਰਤਲ ਟਰੈਕ, ਗੰਗੋਤਰੀ ਨੰਦਵਨ ਟਰੈਕ, ਕਿਨਰ ਕੈਲਾਸ਼ ਪਰਿਕਰਮਾ, ਮਨੀ ਮਹੇਸ਼ ਚੁਆਈ ਯਾਤਰਾ, ਜਗਤਸੁਖ ਟੂ ਬੇਸ ਆਫ ਦਿਓ ਟਿੱਬਾ, ਅਡੀ ਕੈਲਾਸ਼ ਟਰੈਕ, ਹੇਮਕੁੰਡ ਟਰੈਕ। ਇਹ ਕੁਛ ਕੁ ਜਿਹੜੀਆਂ ਟਰੈਕਿੰਗ ਸਾਈਟਸ ਨੇਗੀਆਂ ਇੰਡੀਆ ਦੀਆਂ, ਜਿੱਥੇ ਕਿ ਲੋਕ ਨੇ ਜਿਹੜੇ ਟਰੈਕਿੰਗ ਕਰਨ ਦੇ ਲਈ ਆਉਂਦੇ ਨੇ। ਮਾਊਂਟੇਨਰਿੰਗ ਇਨ ਇੰਡੀਆ, ਮਾਊਂਟੇਨਰਿੰਗ ਦੇ ਲਈ ਵੀ ਆਉਂਦੇ ਨੇ ਜਿਹੜੇ ਲੋਕ ਐਡਵੈਂਚਰਸ ਟੂਰਿਜ਼ਮ ਦੇ ਕਾਫੀ ਸ਼ੌਕੀਨ ਨੇ, ਉਹ ਕਰਨ ਦੇ ਲਈ ਆਉਂਦੇ ਨੇ। ਹੁਣ ਲੱਦਾਖ ਦੇ ਵਿੱਚ ਨਨਕਨ ਮਾਸਿਫ, ਜੰਮੂ ਕਸ਼ਮੀਰ ਦੇ ਹਿਲਸ ਨੇ, ਮਨਾਲੀ 'ਤੇ ਟਰੈਕਿੰਗ ਹੁੰਦੀ ਆ, ਹਿਮਾਲਿਆਜ਼ 'ਚ ਹੁੰਦੀ ਆ, ਉੱਤਰਾਂਚਲ ਦੇ ਵਿੱਚ ਹੁੰਦੀ ਹੈ। ਕੁਛ ਕੁ ਬੈਸਟ ਡੈਸਟੀਨੇਸ਼ਨ ਨੇ ਮਾਊਂਟੇਨਰਿੰਗ ਕਰਨ ਦੇ ਲਈ। ਹੋਰ ਇਸ ਤੋਂ ਵੀ ਵਧੀਆ ਸਾਈਟਸ ਹੈਗੀਆਂ ਨੇ। ਗੜਵਾਲ ਐਂਡ ਕੁਨਮੋ ਹਿਮਾਲਿਆ, ਸ਼ਸਤਰਲ ਟਰੈਕ ਗੜਵਾਲ ਹਿਮਾਲਿਆਜ਼, ਹਿਲ ਆਫ ਯੂਪੀ, ਕਤਲਿੰਗ ਗਲੇਸ਼ੀਅਰ ਟਰੈਕ ਗੜਵਾਲ ਹਿਮਾਲਿਆ ਹਿਲਸ ਆਫ ਯੂਪੀ, ਲੱਦਾਖ ਲਾਹੌਲ ਸਪੀਤੀ ਕਿਨੌਰ। ਇਹ ਸਾਰੀਆਂ ਆਈਡੀਅਲ ਸਾਈਟਸ ਨੇਗੀਆਂ ਜਿੱਥੇ ਕਿ ਲੋਕ ਟਰੈਕਿੰਗ ਕਰਦੇ ਨੇ। ਮਾਊਂਟੇਨਰਿੰਗ ਦੇ ਲਈ ਹੋਰ ਕਿਹੜੀਆਂ ਫੇਮਸ ਸਾਈਟਸ ਨੇ, ਜਿਵੇਂ ਕਿ ਹਿਮਾਲਿਆਜ਼ ਆਫ ਨਾਰਥ ਇੰਡੀਆ ਦੇ ਹਿਮਾਲਿਆਜ਼, ਹਿਮਾਚਲ ਅਤੇ ਉੱਤਰਾਂਚਲ ਰੇਂਜਿਸ,
ਪੀਕਸ ਆਫ ਕੰਚਨਜੰਗਾ, ਨਾਰਥ ਈਸਟ ਰੇਂਜਿਸ ਨੇਗੀਆਂ, ਰੋਹੋਡੋਡਰੋਨ ਟਰੈਕਿੰਗ ਮਾਊਂਟਨਰਿੰਗ ਔਨ ਦ ਹਿਲਸ ਆਫ ਦਾਰਜਲਿੰਗ ਦੀਆਂ ਹਿਲਸ ਦੇ ਉੱਪਰ ਵੀ ਮਾਊਂਟਨਰਿੰਗ ਅਤੇ ਟਰੈਕਿੰਗ ਹੁੰਦੀ ਆ। ਕਾਰ ਰੈਲੀਜ਼ ਵੀ ਕਾਫੀ ਫੇਮਸ ਨੇ ਟੂਰਿਸਟ ਦੇ ਵਿੱਚ। ਇਹ ਕੁਛ ਕਾਰ ਰੈਲੀਜ਼ ਦੇ ਨੇਮਸ ਨੇ, ਜਿਵੇਂ ਕਿ ਇੰਡੀਆ ਏਸ਼ੀਅਨ ਕਾਰ ਰੈਲੀ ਜੋ ਕਿ ਗੁਹਾਟੀ ਦੇ ਵਿੱਚ ਹੁੰਦੀ ਹੈ, 8000 ਕਿਲੋਮੀਟਰ ਲੰਬੀ ਕਾਰ ਰੈਲੀ ਹੁੰਦੀ ਹੈ। ਗ੍ਰੇਟ ਆਰਕ ਰੈਲੀ ਹੁੰਦੀ ਆ, ਬਲਾਈਂਡ ਮੈਨ ਕਾਰ ਰੈਲੀ ਹੁੰਦੀ ਆ, ਮੌਨਸੂਨ ਰੈਲੀ ਜੋ ਕਿ ਕੋਲਕਾਤਾ ਦੇ ਵਿੱਚ ਹੁੰਦੀ ਆ, ਨਿਊ ਦਿੱਲੀ ਦੇ ਵਿੱਚ ਹਿਮਾਲਯਨ ਕਾਰ ਰੈਲੀ ਹੁੰਦੀ ਆ, ਮਾਰੂਤੀ ਸੁਜ਼ੂਕੀ ਡੈਜ਼ਰਟ ਸਟੋਰਮ ਕਾਰ ਰੈਲੀ ਹੁੰਦੀ ਆ, ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਹੁੰਦੀ ਹੈ, ਵਿੰਟੇਜ ਕਾਰ ਰੈਲੀ ਹੁੰਦੀ ਹੈ ਜੋ ਕਿ ਦਿੱਲੀ ਦੇ ਵਿੱਚ ਹੁੰਦੀ ਆ, ਵੈਲਕਮ ਕਾਰ ਰੈਲੀ ਬਾਈ NGO, ਇਹ NGO ਉਠਾਨ ਦੇ ਦੁਆਰਾ ਕਰਵਾਈ ਜਾਂਦੀ ਹੈ, ਕਲਿੰਗਾ ਗ੍ਰੀਨ ਕਾਰ ਰੈਲੀ। ਇਹ ਕੁਛ ਕਾਰ ਰੈਲੀਜ਼ ਨੇ ਜੋ ਕਿ ਆਲਸੋ ਰਿਸੋਰਸ ਨੇ ਟੂਰਿਜ਼ਮ ਦਾ। ਰਿਵਰ ਰਾਫਟਿੰਗ ਇਨ ਇੰਡੀਆ, ਇਹ ਵੀ ਨੈਚੁਰਲ ਟੂਰਿਜ਼ਮ ਰਿਸੋਰਸ ਆ। ਬਹੁਤ ਲੋਕ ਅੱਜ ਕੱਲ੍ਹ ਫੌਂਡ ਨੇ ਰਿਵਰ ਰਾਫਟਿੰਗ ਦੇ। ਸੋ ਰਿਵਰ ਰਾਫਟਿੰਗ ਕਿੱਥੇ ਕਿੱਥੇ ਹੁੰਦੀ ਆ? ਹਿਮਾਚਲ ਪ੍ਰਦੇਸ਼, ਲਦਾਖ, ਜੰਮੂ ਕਸ਼ਮੀਰ, ਦ ਗੜਵਾਲ ਹਿਮਾਲਿਆਜ਼ ਇਨ ਉੱਤਰਾਂਚਲ, ਦ ਬਿਆਸ ਰਿਵਰ ਆਫ ਹਿਮਾਚਲ ਪ੍ਰਦੇਸ਼ ਐਂਡ ਟੈਸਟਾ ਰਿਵਰ ਇਨ ਸਿੱਕਿਮ। ਰਿਵਰ ਰਾਫਟਿੰਗ ਉੱਤਰਾਖੰਡ, ਰਿਵਰ ਰਾਫਟਿੰਗ ਇਨ ਹਿਮਾਚਲ ਪ੍ਰਦੇਸ਼, ਰਿਵਰ ਰਾਫਟਿੰਗ ਇਨ ਲਦਾਖ, ਇਨ ਸਿੱਕਿਮ, ਇਨ ਕਸ਼ਮੀਰ, ਇਨ ਰਿਵਰ ਗੰਗਾ, ਅਲਾਕੰਦਾ ਰਿਵਰ 'ਤੇ ਹੁੰਦੀ ਆ, ਇੰਡਸ ਰਿਵਰ 'ਤੇ ਹੁੰਦੀ ਆ, ਜਾਂਗਸਰ ਰਿਵਰ 'ਤੇ ਹੁੰਦੀ ਆ, ਕਲੀਸਾਰਦਾ ਰਿਵਰ 'ਤੇ ਹੁੰਦੀ ਆ, ਬ੍ਰਹਮਪੁੱਤਰਾ ਰਿਵਰ 'ਤੇ ਹੁੰਦੀ ਆ। ਇਹ ਕੁਛ ਸਾਈਟਸ ਨੇ, ਕੁਛ ਰਿਵਰਸ ਨੇ ਜਿੱਥੇ ਕਿ ਲੋਕਾਂ ਵੱਲੋਂ ਰਿਵਰ ਰਾਫਟਿੰਗ ਆ ਜਿਹੜੀ ਉਹ ਕੀਤੀ ਜਾਂਦੀ ਆ। ਕੈਨੋਇੰਗ ਐਂਡ ਕਿਆਕਿੰਗ, ਕਿਆਕਿੰਗ ਇਜ਼ ਜਸਟ ਲਾਈਕ ਬੈਕਪੈਕਿੰਗ ਔਨ ਐਨ ਆਫ ਬੀਟਨ ਪਾਥ ਐਕਸੈਪਟ ਦੈਟ ਦਿਸ ਟਾਈਮ ਯੂ ਐਡਵੈਂਚਰ ਇਜ਼ ਔਨ ਦ ਸੀ। ਇਹ ਜੋ ਕਿ ਲੋਕ ਨੇ ਜਿਹੜੇ ਬੈਕਪੈਕਰਸ ਨੇ ਉਹਨਾਂ ਦੇ ਵਿੱਚ ਕਾਫੀ ਫੇਮਸ ਆ ਅਤੇ ਬਹੁਤ ਐਡਵੈਂਚਰਸ ਹੁੰਦੀ ਆ। ਕਿਆਂਕਸ ਲੁੱਕ ਲਾਈਕ ਸਮਾਲ ਫਿਸ਼ਿੰਗ ਬੋਟ, ਇੱਕ ਛੋਟੀ ਫਿਸ਼ਿੰਗ ਬੋਟ ਦੀ ਤਰ੍ਹਾਂ ਹੁੰਦੀ ਆ, ਐਂਡ ਆਰ ਨੋਟ ਅ ਨਿਊ ਥਿੰਗ ਇਨ ਇੰਡੀਅਨ ਕੋਸਟਲ ਸਾਈਟਸ। ਅਤੇ ਮੋਸਟਲੀ ਅਸੀਂ ਦੇਖਦੇ ਹਾਂ ਇੰਡੀਅਨ ਕੋਸਟਲ ਸਾਈਟਸ 'ਤੇ ਲੋਕ ਕਰਦੇ ਨੇ, ਬਟ ਦੇ ਆਰ ਫਾਸਟਲੀ ਪਿਕਿੰਗ ਅਪ ਐਜ਼ ਅ ਫੇਵਰੇਟ ਵਾਟਰ ਸਪੋਰਟ। ਅਤੇ ਇਹ ਫੇਵਰੇਟ ਵਾਟਰ ਸਪੋਰਟ ਵੀ ਹੈ ਇੰਡੀਆ ਦੀ। ਕਿੱਥੇ ਕਿੱਥੇ ਹੁੰਦੀ ਹੈ ਇਹ? ਲੇਕ ਪੈਰਾਡਾਈਜ਼ ਨੈਨੀਤਾਲ, ਬੋਂਬੇ ਦੇ ਵਿੱਚ, ਡਲ ਲੇਕ ਸ਼੍ਰੀਨਗਰ, ਨਾਗਿਨ ਲੇਕ ਸ਼੍ਰੀਨਗਰ, ਮਾਨਸਬਲ ਲੇਕ ਸ਼੍ਰੀਨਗਰ। ਕੈਨੋਇੰਗ presents quite a unique combination of exploration, paddle through the amazing sea caves, exploring ਇੱਥੇ ਲੋਕੀ ਨੇ ਜਿਹੜੇ ਆਫਸ਼ੋਰਸ ਦੇਖਦੇ ਨੇ, ਆਈਲੈਂਡਸ ਦੇਖਦੇ ਨੇ, ਸਨੋਕਲ ਮੈਰੀਨ ਲਾਈਫ ਦੇਖਦੇ ਨੇ, ਫਿਲਡ ਵਿਦ ਅਬੰਡੈਂਟ ਮੈਰੀਨ ਟ੍ਰੀਜ਼ਰ। ਉੱਥੇ ਲੋਕ ਕਾਫੀ ਮੈਰੀਨ ਸਪੀਸੀਜ਼ ਵੀ ਦੇਖਦੇ ਨੇ। ਇਹ ਕਿੱਥੇ ਕਿੱਥੇ ਆ? ਬੀਚਿਸ ਆਫ ਗੋਆ 'ਤੇ ਆ, ਕਰਨਾਟਕਾ ਅਤੇ ਕੇਰਲਾ ਦੇ ਵਿੱਚ, ਜੰਮੂ ਕਸ਼ਮੀਰ ਅਤੇ ਉੱਤਰਾਂਚਲ ਦੇ ਵਿੱਚ। ਡਾਈਵ ਸਾਈਟਸ ਆਫ ਇੰਡੀਆ, ਡਾਈਵਿੰਗ ਵੀ ਜਿਹੜੀ ਉਹ ਫੇਮਸ ਆ। ਐਂਡ ਇਹ ਕਿੱਥੇ ਕਿੱਥੇ ਹੁੰਦੀ ਹੈ? ਲਕਸ਼ਦੀਪ ਆਈਲੈਂਡ ਦੇ ਵਿੱਚ ਹੁੰਦੀ ਹੈ, ਕਦਮਤ ਆਈਲੈਂਡ ਦੇ ਵਿੱਚ ਹੁੰਦੀ ਹੈ, ਗੋਆ ਦੇ ਵਿੱਚ ਹੁੰਦੀ ਆ, ਬੰਗਲੌਰ ਦੇ ਵਿੱਚ ਹੁੰਦੀ ਹੈ, ਅੰਡੇਮਾਨ ਆਈਲੈਂਡ ਜੋ ਕਿ ਹੈਵਲੌਕ, ਮਿਨਰੀਵਾ ਲੈਜ, ਸਾਊਥ ਬਟਨ ਆਈਲੈਂਡ, ਨੇਲ ਆਈਲੈਂਡ, ਸਾਊਥ ਅੰਡੇਮਾਨਸ। ਇਹ ਸਾਰੀਆਂ ਜਗ੍ਹਾ ਨੇ ਜਿਹੜੀਆਂ ਉਹ ਡਾਈਵਿੰਗ ਦੇ ਲਈ ਕਾਫੀ ਫੇਮਸ ਨੇ। ਪੈਰਾਗਲਾਈਡਿੰਗ ਕਿੱਥੇ ਕਿੱਥੇ ਹੁੰਦੀ ਹੈ ਇੰਡੀਆ ਦੇ ਵਿੱਚ? ਪੈਰਾਗਲਾਈਡਿੰਗ ਵੀ ਬਹੁਤ ਲੋਕ ਨੇ ਜਿਹੜੇ ਉਹ ਇੰਜੋਏ ਕਰਦੇ ਨੇ। ਪੈਰਾਗਲਾਈਡਿੰਗ ਹੁੰਦੀ ਹੈ ਬੀਲਿੰਗ HP ਦੇ ਵਿੱਚ, ਕੁੱਲੂ ਹਿਮਾਚਲ ਪ੍ਰਦੇਸ਼, ਸੋਲੰਗ ਹਿਮਾਚਲ ਪ੍ਰਦੇਸ਼, ਲਾਹੌਲ ਐਂਡ ਸਪੀਤੀ ਹਿਮਾਚਲ ਪ੍ਰਦੇਸ਼, ਨੌਕੁਚ ਤਲ ਨੈਨੀਤਾਲ, ਦਾਇਰਾ ਬੁਗਲ ਗੜਵਾਲ, ਦਨੌਲਤਈ ਰਿਜ ਗੜਵਾਲ, ਬੈਦਨੀ ਬੁਗਿਆਲ ਕੁਨਮੌਨ, ਜੈਪੁਰ ਰਾਜਸਥਾਨ, ਜੈਸਲਮੇਰ ਰਾਜਸਥਾਨ, ਜੋਧਪੁਰ ਰਾਜਸਥਾਨ, ਉਦੈਪੁਰ ਰਾਜਸਥਾਨ, ਬੀਕਾਨੇਰ ਰਾਜਸਥਾਨ, ਮੈਥੇਰਨ ਮਹਾਰਾਸ਼ਟਰ। ਇਹ ਕੁਛ ਪੈਰਾਗਲਾਈਡਿੰਗ ਸਾਈਟਸ ਨੇ ਇੰਡੀਆ ਦੀਆਂ। ਨੈਕਸਟ ਹੈ ਇੰਡੀਅਨ ਨੈਸ਼ਨਲ ਪਾਰਕਸ ਐਂਡ ਵਾਈਲਡ ਲਾਈਫ ਸੈਂਚੁਰੀਜ਼। ਲੋਕ ਨੇ ਜਿਹੜੇ ਨੈਸ਼ਨਲ ਪਾਰਕਸ ਅਤੇ ਵਾਈਲਡ ਲਾਈਫ ਸੈਂਚੁਰੀਜ਼ ਦੇਖਣ ਦੇ ਲਈ ਆਉਂਦੇ ਨੇ। ਕੁਛ ਲਿਸਟ ਹੈ ਨੈਸ਼ਨਲ ਪਾਰਕਸ ਦੀ, ਜਿਵੇਂ ਕਿ ਕੌਬਟ ਨੈਸ਼ਨਲ ਪਾਰਕ, ਨਾਗਾਹੋਲ ਨੈਸ਼ਨਲ ਪਾਰਕ, ਕਿਓਲੇਡਿਊ ਘਾਨਾ ਭਾਰਤਪੁਰ ਨੈਸ਼ਨਲ ਪਾਰਕ, ਨਾਮੇਰੀ ਨੈਸ਼ਨਲ ਪਾਰਕ, ਕਾਨਹਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ, ਬੰਧਵਗੜ੍ਹ ਨੈਸ਼ਨਲ ਪਾਰਕ, ਗਿਰ ਨੈਸ਼ਨਲ ਪਾਰਕ, ਰਣਥੰਭੌਰ ਨੈਸ਼ਨਲ ਪਾਰਕ, ਸਿੰਗਾਲੀਲਾ ਨੈਸ਼ਨਲ ਪਾਰਕ, ਸੁੰਦਰਬਨਸ ਨੈਸ਼ਨਲ ਪਾਰਕ, ਪੈਰੀਅਰ ਨੈਸ਼ਨਲ ਪਾਰਕ, ਗੋਰੂਮਾਰਾ ਨੈਸ਼ਨਲ ਪਾਰਕ, ਦਿਬਰੂ ਸੇਖੋਵਾ ਨੈਸ਼ਨਲ ਪਾਰਕ, ਜਲਦਪਾਰਾ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ। ਕੁਛ ਨੈਸ਼ਨਲ ਪਾਰਕਸ ਨੇਗੇ ਇੰਡੀਆ ਦੇ ਵਿੱਚ ਜੋ ਕਿ ਲੋਕਾਂ ਦੇ ਵਿੱਚ ਕਾਫੀ ਫੇਮਸ ਨੇ। ਨੈਕਸਟ ਹੈ, ਪਹਿਲਾਂ ਆਪਾਂ ਪੜ੍ਹਿਆ ਨੈਚੁਰਲ ਰਿਸੋਰਸਿਸ, ਹੁਣ ਥੋੜ੍ਹਾ ਜਿਹਾ ਕਲਚਰਲ ਟੂਰਿਜ਼ਮ ਰਿਸੋਰਸਿਸ ਕਿਹੜੇ ਕਿਹੜੇ ਨੇ ਇੰਡੀਆ ਦੇ ਵਿੱਚ ਉਹਨਾਂ ਬਾਰੇ ਪੜ੍ਹ ਲੈਂਦੇ ਹਾਂ।
ਕਲਚਰਲ ਜਿਹੜੇ ਲੋਕ ਨੇ ਜਿਹੜੇ ਉਹ ਇੰਡੀਆ ਦਾ ਕਲਚਰ ਦੇਖਣ ਦੇ ਲਈ ਆਉਂਦੇ ਨੇ। ਜਿਵੇਂ ਕਿ ਜੇਕਰ ਆਪਾਂ ਇੰਡੀਆ ਦੀ ਹਿਸਟਰੀ ਦੀ ਗੱਲ ਕਰੀਏ, ਜੇਕਰ ਅਸੀਂ 5000 ਈਅਰਸ ਪਹਿਲਾਂ ਦੀ ਗੱਲ ਕਰੀਏ, ਜਿਹੜੇ ਇੰਡੀਆ ਦੀ ਹਿਸਟਰੀ ਸੀ, ਜਿਹੜਾ ਇੰਡੀਆ ਦਾ ਕਲਚਰ ਆ ਉਹ ਬਹੁਤ ਹੀ ਰਿਚ ਆ। ਇੱਥੇ ਕੁਛ ਕੁ ਸਿਵਲਾਈਜੇਸ਼ਨਸ ਆਈ ਜਿਵੇਂ ਕਿ ਹੜੱਪਾ ਅਤੇ ਮੋਹਨਜੋਦਾਰੋ, ਜੋ ਕਿ ਬਹੁਤ ਫੇਮਸ ਹੋਈਆਂ ਆਲ ਓਵਰ ਦਾ ਵਰਲਡ। ਅਤੇ ਇੱਥੇ ਗੁਪਤਾ ਡਾਇਨੈਸਟੀ ਨੇ ਵੀ ਰੂਲ ਕੀਤਾ। ਗੋਲਡਨ ਏਜ ਸੀਗੀ ਉਹ ਨਾਰਥ ਇੰਡੀਆ ਦੀ, ਜੋ ਕਿ 200 ਈਅਰਸ ਉਹਨਾਂ ਨੇ ਰਾਜ ਕੀਤਾ। ਅਤੇ ਇੰਡਸ ਵੈਲੀ ਵਾਜ਼ ਇਨਵੇਡਡ, ਜਿਹੜੀ ਇੰਡਸ ਵੈਲੀ ਸੀ ਉਹ ਅਰਬਸ ਨੇ ਇਨਵੇਡ ਕੀਤੀ ਸੀ, ਜੋ ਕਿ ਇਸਲਾਮ ਨੂੰ ਲੈ ਕੇ ਆਏ ਸੀਗੇ, ਜਿਨ੍ਹਾਂ ਨੇ ਆਪਣਾ ਹੋਲਡ ਆ ਜਿਹੜਾ ਨਾਰਥਰਨ ਇੰਡੀਆ ਦੇ ਉੱਪਰ ਰੱਖਿਆ ਸੀ। ਫਿਰ ਦਿੱਲੀ ਸਲਤਨਤ, ਜੋ ਕਿ 1206 ਦੇ ਵਿੱਚ ਇਸਟੈਬਲਿਸ਼ ਹੋਈ ਸੀ। ਫਿਰ 1526 ਦੇ ਵਿੱਚ ਬਾਬਰ ਨੇ ਆਪਣਾ ਮੁਗਲ ਇੰਪਾਇਰ ਇਸਟੈਬਲਿਸ਼ ਕੀਤਾ ਸੀਗਾ। ਮਤਲਬ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਲੋਕ ਆਏ, ਉਹਨਾਂ ਨੇ ਰੂਲ ਕੀਤਾ, ਅਤੇ ਹਰ ਇੱਕ ਦਾ ਆਪਣਾ ਕਲਚਰ, ਉਹਨਾਂ ਨੇ ਆਪਣਾ ਕਲਚਰ ਦਿਖਾਇਆ ਹੈ ਨਾ, ਅਲੱਗ-ਅਲੱਗ ਆਪਣਾ ਫੂਡ, ਡਰੈਸਿਸ, ਜੋ ਵੀ ਸੀ। ਤੁਸੀਂ ਦੇਖੋ ਵੀ ਕਿੰਨਾ ਕਲਚਰ ਆ ਜਿਹੜਾ ਉਹ ਮਿਕਸ ਹੋ ਗਿਆ। ਸੋ ਲੋਕ ਨੇ ਜਿਹੜੇ ਉਹ ਕਾਫੀ ਇਹ ਚੀਜ਼ਾਂ ਦੇਖਣ ਦੇ ਲਈ ਆਉਂਦੇ ਨੇ, ਬਿਕਾਜ਼ ਇੰਡੀਆ ਦਾ ਕਲਚਰ ਆ ਜਿਹੜਾ ਉਵੇਂ ਦਾ ਕਲਚਰ ਹੋਰ ਕਿਤੇ ਵੀ ਨਹੀਂ ਮਿਲਦਾ ਹੈਗਾ। ਇੰਡੀਆ ਦੀ ਜਿਹੜੀ ਲੈਂਗੁਏਜ ਆ, ਰਿਲੀਜਨ ਆ, ਇੱਥੋਂ ਦਾ ਡਾਂਸ, ਮਿਊਜ਼ਿਕ, ਆਰਕੀਟੈਕਚਰ, ਫੂਡ, ਕੋਸਟਿਊਮਸ, ਹਰ ਇੱਕ ਜਗ੍ਹਾ ਟੂ ਜਗ੍ਹਾ ਡਿਫਰ ਕਰਦੇ ਨੇ। ਈਵਨ ਕਿ ਜਿਹੜੀ ਸਾਡੀ ਲੈਂਗੁਏਜ ਆ ਉਹ ਵੀ 10 ਕਿਲੋਮੀਟਰਸ ਜਾ ਕੇ ਉਹ ਚੇਂਜ ਹੋ ਜਾਂਦੀ ਆ। ਇੰਡੀਆ ਦਾ ਜਿਹੜਾ ਕਲਚਰ ਆ ਉਹ ਸਾਰੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਆ। ਠੀਕ ਹੈ, ਜੇਕਰ ਅਸੀਂ 8000 BC ਦੀ ਗੱਲ ਕਰੀਏ ਤਾਂ ਹੁਣ ਤੱਕ ਲੈ ਕੇ ਮਤਲਬ ਉਦੋਂ ਤੱਕ ਵੇਦਾਸ ਨੇ ਉੱਥੇ ਆਪਣਾ ਰੂਲ ਕੀਤਾ। ਫਿਰ 3000 to 5500 ਈਅਰਸ ਅਗੋ ਜਿਹੜੀ ਇਹਦੀ ਹਿਸਟਰੀ ਹੈਗੀ ਉਹ ਵੇਦਾਸ ਦੇ ਨਾਲ ਰਿਲੇਟ ਕਰਦੀ ਆ। ਠੀਕ ਹੈ, ਇਸ ਕਰਕੇ ਹਰ ਇੱਕ ਦਾ ਆਪਣਾ ਜਿਹੜਾ ਕਲਚਰ ਸੀਗਾ ਉਹ ਉਹਨਾਂ ਨੇ ਉਸੇ ਕਲਚਰ ਦਾ ਇਨਫਲੂਐਂਸ ਰਿਹਾ ਉਹ ਉਸ ਟਾਈਮ ਦੇ ਲੋਕਾਂ 'ਤੇ। ਐਂਡ ਮੋਰ ਓਵਰ ਇੰਡੀਆ ਦਾ ਜਿਹੜਾ ਰਿਲੀਜਨ ਉਹ ਵੀ, ਇੱਥੇ ਦਾ ਯੋਗਾ ਬਹੁਤ ਫੇਮਸ ਆ, ਕੁਜ਼ੀਨ ਉਹ ਵੀ ਬਹੁਤ ਫੇਮਸ ਆ। ਇੱਥੇ ਦੇ ਜਿਹੜੇ ਰੀਤੀ ਰਿਵਾਜ ਨੇ ਉਹ ਵੀ ਬਹੁਤ ਜ਼ਿਆਦਾ ਫੇਮਸ ਨੇ। ਠੀਕ ਹੈ, ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ ਵੀ ਕਈ ਤਰ੍ਹਾਂ ਦੇ ਲੋਕਾਂ ਨੇ ਰਾਜ ਕੀਤਾ ਅਤੇ ਉਹਨਾਂ ਦੇ ਹਰ ਇੱਕ ਦੇ ਆਪਣੇ ਟਰਡੀਸ਼ਨ ਸੀ, ਅਤੇ ਉਹਨਾਂ ਨੇ ਉਸ ਅਕੋਰਡਿੰਗ ਜਿਹੜੀ ਉੱਥੋਂ ਦੇ ਲੋਕਲ ਪੀਪਲ ਸੀ ਉਹ ਉਹਨਾਂ ਲੋਕਾਂ 'ਤੇ ਉਵੇਂ ਦਾ ਇਨਫਲੂਐਂਸ ਕੀਤਾ, ਅਤੇ ਉਹੀ ਸੇਮ ਟਰਡੀਸ਼ਨਸ ਉਹ ਲੋਕ ਨੇ ਜਿਹੜੇ ਹੁਣ ਤੱਕ ਫੋਲੋ ਕਰਦੇ ਆ ਰਹੇ ਨੇ। ਇਸ ਕਰਕੇ ਜਿਹੜਾ ਟਰਡੀਸ਼ਨ ਆ ਇੰਡੀਆ ਦਾ ਉਹ ਵੀ ਬਹੁਤ ਜ਼ਿਆਦਾ ਵੈਰੀ ਕਰਦਾ। ਮੋਰ ਓਵਰ ਹੌਸਪੀਟੈਲਿਟੀ, ਠੀਕ ਹੈ, ਜੋ ਕਿ ਅਸੀਂ ਜਿਹੜੇ ਲੋਕ ਹਾਂ ਉਹ ਅਸੀਂ ਆਪਣੇ ਗੈਸਟ ਨੂੰ ਗੋਡ ਮੰਨਦੇ ਹਾਂ। ਅਤਿਥੀ ਦੇਵੋ ਭਵ ਸਾਡਾ ਸਲੋਗਨ ਆ, ਉਹ ਜਿਹਦਾ ਮੀਨਿੰਗ ਕੀ ਹੈ ਕਿ ਜਿਹੜਾ ਗੈਸਟ ਆ ਉਹ ਸਾਡੇ ਲਈ ਰੱਬ ਆ। ਇੰਡੀਆ ਦੀ ਜਿਹੜੀ ਹੌਸਪੀਟੈਲਿਟੀ ਆ ਉਹਦੇ ਤੋਂ ਲੋਕ ਬਹੁਤ ਇਨਫਲੂਐਂਸ ਹੁੰਦੇ ਨੇ। ਠੀਕ ਹੈ, ਉਹ ਚੀਜ਼ਾਂ ਸਾਰੀਆਂ ਦੇਖਣ ਦੇ ਲਈ ਇੰਡੀਆ ਵਿਜ਼ਿਟ ਕਰਦੇ ਨੇ। ਅਸੀਂ ਜਿਹੜੇ ਲੋਕਾਂ ਦਾ ਸਾਡਾ ਇਹ ਟਰਡੀਸ਼ਨ ਆ, ਸਾਡੇ ਰੀਤੀ ਰਿਵਾਜ ਨੇ ਕਿ ਅਸੀਂ ਗੈਸਟ ਦਾ ਜਿਹੜਾ ਵੈਲਕਮ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਹਾਂ। ਜਿਵੇਂ ਕਿ ਆਪਾਂ ਮਤਲਬ ਉਹ ਰੈੱਡ ਤਿਲਕ ਲਗਾ ਕੇ ਹੈ ਨਾ, ਗਲੇ 'ਚ ਮਾਲਾ ਪਾ ਕੇ, ਇਸ ਤਰੀਕੇ ਨਾਲ ਅਸੀਂ ਜਿਹੜੇ ਸਾਡੇ ਗੈਸਟ ਨੇ ਉਹਨਾਂ ਦਾ ਵੈਲਕਮ ਕਰਦੇ ਹਾਂ। ਹੋਰ ਇੰਡੀਆ ਦੀ ਜਿਹੜੀ ਕੁਜ਼ੀਨ ਆ, ਫੂਡ ਹੈਬਿਟਸ ਨੇ ਉਹ ਵੀ ਬਾਕੀ ਲੋਕਾਂ ਨਾਲੋਂ ਡਿਫਰੈਂਟ ਨੇ। ਠੀਕ ਹੈ, ਹਿੰਦੂਜ਼ ਨੇ ਜਿਹੜੇ ਉਹ ਮਤਲਬ ਉਹਨਾਂ ਦੀ ਆਪਣੀ ਅਲੱਗ ਕੁਜ਼ੀਨਸ ਨੇ ਹੈ ਨਾ, ਅਤੇ ਮੁਸਲਿਮਸ ਦੀ ਆਪਣੀ ਅਲੱਗ ਕੁਜ਼ੀਨਸ ਨੇ, ਜੋ ਕਿ ਵਾਈਡਲੀ ਫੇਮਸ ਨੇ। ਬਹੁਤ ਜ਼ਿਆਦਾ ਜਿਹੜੇ ਲੋਕ ਨੇ ਉਹ ਇੰਡੀਅਨ ਕੁਜ਼ੀਨਸ ਨੂੰ ਪਸੰਦ ਕਰਦੇ ਨੇ। ਠੀਕ ਹੈ, ਸੋ ਬੱਚੇ, ਦਿਸ ਇਜ਼ ਆਲ ਅਬਾਊਟ ਟੂਡੇਜ਼ ਲੈਕਚਰ। ਆਈ ਹੋਪ ਯੂ ਆਲ ਅੰਡਰਸਟੈਂਡ। ਥੈਂਕ ਯੂ ਸੋ ਵੈਰੀ ਮਚ।